अस्सलाम वालेकुम नाजरीन, ਤੁਸੀਂ ਦੇਖਦੇ ਪਏ ਜੇ DNN ਨਿਊਜ਼ ਤੇ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਮੇਜ਼ਬਾਨ ਜ਼ਾਹਿਦ ਹਨੀਫ। ਪ੍ਰੋਗਰਾਮ ਜੀਵੇ ਕਿਸਾਨ ਦੇ ਵਿੱਚ ਅੱਜ ਮੈਂ ਮੌਜੂਦ ਹਾਂ ਮੋਜ਼ਾ ਨੂਰਾ ਰੱਥ ਤਹਿਸੀਲ ਆਰੋਵਾਲਾ ਜ਼ਿਲ੍ਹਾ ਪਾਕਪਤਨ। ਮੇਰੇ ਨਾਲ ਜ਼ਿਮੀਦਾਰ ਭਰਾ ਮੌਜੂਦ ਨੇ, ਕਿਸਾਨ ਇਤਿਹਾਦ ਦੇ ਰਹਿਨੁਮਾ ਮੌਜੂਦ ਨੇ। ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਅਸੀਂ ਪੁੱਛਾਂਗੇ ਜ਼ਿਮੀਦਾਰਾਂ ਦੇ ਕੀ ਮਸਾਇਲ ਨੇ। ਜਿਸ ਤਰ੍ਹਾਂ ਕਿ ਕਿਹਾ ਜਾਂਦਾ ਹੈ ਕਿ ਵਾਈ ਬਾਦਸ਼ਾਹੀ ਹੁੰਦੀ, ਇੱਕ ਮੁਹਾਵਰਾ ਹੈ। ਤੇ ਕਿਸਾਨ ਇਤਿਹਾਦ ਦੇ ਮੈਂਬਰਾਂ ਕੋਲੋਂ ਜ਼ਿਮੀਦਾਰਾਂ ਕੋਲ ਅਸੀਂ ਪੁੱਛਾਂਗੇ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਵੀ ਜਿਹੜੀ ਵਾਈ ਹੈ ਬਾਦਸ਼ਾਹੀ ਹੈ ਜਾਂ ਸਿਰਫ ਫਾਈ ਹੈ, ਹੋਰ ਵੀ ਕੀ ਕੀ ਇਹਨਾਂ ਦੇ ਮਸਾਇਲ ਨੇ, ਅਸੀਂ ਗੱਲਬਾਤ ਕਰਨੇ ਹਾਂ। ਮੇਰੇ ਨਾਲ ਕਿਸਾਨ ਇਤਿਹਾਦ ਦੇ ਰਹਿਨੁਮਾ ਬੈਠੇ ਨੇ, ਅਸੀਂ ਉਹਨਾਂ ਨਾਲ ਮੁਲਾਕਾਤ ਕਰਵਾਉਂਦੇ ਹਾਂ। ਜੀ अस्सलाम वालेकुम। जी वालेकुम सलाम। ਸਰ ਸਭ ਤੋਂ ਪਹਿਲੇ ਦੱਸੋ ਕਿ ਤੁਹਾਡਾ ਨਾਮ ਕੀ ਹੈ ਜੀ? जी मेरा नाम खिज़र हयात रथ, रहनुमा सीनियर रहनुमा पाकिस्तान किसान इत्तेहाद डिस्ट्रिक्ट पाकपतन। ਅੱਛਾ ਅੱਛਾ, ਇਹ ਦੱਸੋ ਕਿ ਤੁਸੀਂ ਕਿਸਾਨ ਇਤਿਹਾਦ ਦੇ ਸੀਨੀਅਰ ਰਹਿਨੁਮਾ 'ਚ ਇੱਕ ਤਨਜ਼ੀਮ ਹੈ ਜਿਹੜੀ ਕਿ ਜ਼ਿਮੀਦਾਰਾਂ ਵਾਸਤੇ ਕੰਮ ਕਰਦੀ ਹੈ। ਤੁਹਾਡੇ ਇਲਾਕੇ ਦੇ ਬੁਨਿਆਦੀ ਜਿਹੜੇ ਜ਼ਿਮੀਦਾਰਾਂ ਦੇ ਨੇ ਉਹ ਮਿਸਾਈਲ ਕੀ ਨੇ ਤੇ ਉਹਨਾਂ ਵਾਸਤੇ ਕਿਸਾਨ ਇਤਿਹਾਦ ਨੇ ਕੀ ਕਦਮ ਉਠਾਇਆ, ਕੀ ਆਵਾਜ਼ ਉਠਾਈ? देखो जी, पाकिस्तान किसान इत्तेहाद अवामी मसाइल वास्ते साला साल 2012 तो लैते अज 2024 है मेहनत करता आया है। और जदों भी महंगाई का बुरहान या किसी किस्म का कोई मसला दरपेश किसानों नूं होया है तो किसान इत्तेहाद फौरन अपनी आवाज़ उठाई है और असैम्बलियां तिकर पहुँचाई है कि साडे नाल ऐ कुछ हो रही है। इस ਉਹਨਾਂ ਦੇ ਵਿੱਚ ਕਿਹੜੇ ਮਸਾਇਲ ਨੇ, ਚੰਦ ਤੁਸੀਂ ਮਸਾਇਲ ਦੱਸੋ। ਜੇ ਉਹਨਾਂ ਦੇ ਵਿੱਚ ਸਾਨੂੰ ਸਭ ਤੋਂ ਮੇਨ ਮਸਾਇਲ ਜਿਹੜਾ ਇਸ ਵਕਤ ਦਰਪੇਸ਼ ਹੈ ਉਹ ਖਾਦ ਦਾ ਹੈ ਜੀ। ਖਾਦ ਜਿਹੜੀ ਹੈ ਉਹ ਸਾਨੂੰ ਬਲੈਕ 'ਚ ਮਿਲ ਰਹੀ ਹੈ ਜੀ। ਅਸੀਂ ਜਿੰਨੇ ਕੁ ਵੀ ਕੋਸ਼ਿਸ਼ ਕਰਦੇ ਹਾਂ, ਸਾਡੀ ਇਹ ਹੁੰਦੀ DC ਲੈਵਲ 'ਤੇ ਮੀਟਿੰਗ ਕਰਕੇ ਅਤੇ ਏਜੰਸੀਆਂ ਨੂੰ ਨਾਲ ਅਟੈਚ ਕਰਕੇ ਉਹਨਾਂ ਨਾਲ ਰਾਬਤੇ ਕਰਕੇ ਅਤੇ ਅਸਾਂ ਕਿਸਾਨਾਂ ਨੂੰ ਖਾਦ ਸਾਨੂੰ ਲੇਕਿਨ ਥੋੜ੍ਹੀ ਮਿਲਦੀ ਹੈ। ਡੀਲਰਾਂ ਨੂੰ DC ਸਾਹਿਬ ਕਹਿ ਦਿੰਦੇ ਨੇ ਅਤੇ ਡੀਲਰ ਹਜ਼ਰਾਤ ਜਿਹੜੇ ਨੇ ਉਹ ਇਸ ਕਸ਼ਮਕਸ਼ 'ਚ 24 ਘੰਟੇ ਮੁਬਤਲਾ ਰਹਿੰਦੇ ਨੇ। ਜਿਸ ਤਰ੍ਹਾਂ ਇੱਕ ਤੁਸੀਂ ਅਮੂਮਨ ਵੇਖਦੇ ਹੋ ਸੋ ਕਿ ਅਸਮਾਨ ਵਿੱਚ ਇੱਕ ਸ਼ਿਕਰਾ ਉੱਡਾ ਹੋਇਆ ਹੁੰਦਾ ਹੈ, ਹਾਂਜੀ, ਉਹਨੂੰ ਸ਼ਿਕਾਰ, ਉਹਦੀ ਨਜ਼ਰ ਅਸਲ ਸ਼ਿਕਾਰ 'ਤੇ ਹੀ ਹੁੰਦੀ ਹੈ। ਅਸਲ ਅਸੀਂ ਉਸ ਸ਼ਿਕਰੇ ਦੇ ਸ਼ਿਕਾਰੀ ਹਾਂ, ਠੀਕ ਹੈ ਜੀ। ਉਹ ਸਾਨੂੰ ਕਿਸੇ ਟਾਈਮ ਹੀ ਦਬੋਚਣ 'ਤੇ ਮਜਬੂਰ ਕਰਦਾ ਹੈ ਕਿ ਇਹਨੂੰ ਅਸੀਂ ਇਸਤੇਮਾਲ ਕਰੀਏ, ਇਹ ਸਾਡਾ ਸ਼ਿਕਾਰ ਬਣੇ। ਲੇਕਿਨ ਸਾਡੀ ਜਿੰਨੀ ਕੋਸ਼ਿਸ਼ ਹੁੰਦੀ ਹੈ, ਸਾਨੂੰ ਜਿੰਨਾ ਪਤਾ ਲੱਗਦਾ ਹੈ ਅਤੇ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਔਰ ਆਪਣੇ ਕਿਸਾਨਾਂ ਦੀ ਰਹਿਨੁਮਾਈ ਵੀ ਕਰਨੇ ਹਾਂ, ਉਹਨਾਂ ਨੂੰ ਖਾਦ ਵੀ ਲੈ ਕੇ ਦਿੰਦੇ ਹਾਂ। ਇਸ ਵਕਤ 52-5300 ਰੁਪਏ ਖਾਦ ਬਲੈਕ 'ਚ ਵਿਕਦੀ ਪਈ ਹੈ ਜੀ। ਅਤੇ ਅਸੀਂ ਜਿਹੜੀ ਖਾਦ ਲੈ ਕੇ ਦੇ ਰਹੇ ਹਾਂ, ਸਾਨੂੰ 100 ਬੋਰੀ 50 ਬੋਰੀ DC ਸਾਹਿਬ ਦੇ ਰਹੇ ਨੇ ਰੋਜ਼ਾਨਾ ਦੀ ਬੁਨਿਆਦ 'ਤੇ ਤਹਿਸੀਲ ਪਾਕਪਤਨ ਨੂੰ। ਕਿੰਨੇ ਜ਼ਿਮੀਦਾਰਾਂ ਵਾਸਤੇ ਹੁੰਦੀ ਹੈ 100 ਜਾਂ 50 ਜਿੰਨੇ ਵੀ ਬੋਰੀ? ਉਹ ਜੀ ਤਕਰੀਬਨ ਸਾਡਾ ਅੱਗੇ ਤੁਸੀਂ ਆਪ ਹਿਸਾਬ ਲਾ ਲਓ, ਸਾਨੂੰ 4 ਲੱਖ 4.5 ਲੱਖ ਦੇ ਲਗਭਗ ਖਾਦ ਜ਼ਿਲ੍ਹਾ ਪਾਕਪਤਨ ਦੇ ਵਿੱਚ ਚਾਹੀਦੀ ਹੁੰਦੀ ਹੈ ਜੀ। ਇਸੇ ਤਰ੍ਹਾਂ ਹਰ ਜ਼ਿਲ੍ਹਾ ਦੇ ਵਿੱਚ 4 ਲੱਖ 4.5 ਲੱਖ ਬੋਰੀ ਜਿਹੜੀ ਹੈ ਖਾਦ ਦੀ, ਹਾਂਜੀ, ਦਰਕਾਰ ਹੈ। ਸਾਨੂੰ ਸਿਰਫ 100 ਬੋਰੀ 50 ਬੋਰੀ ਰੋਜ਼ਾਨਾ ਦੀ ਬੁਨਿਆਦ 'ਤੇ ਮਿਲਦੀ ਹੈ ਤਹਿਸੀਲ ਆਰਫਵਾਲਾ ਅਤੇ ਤਹਿਸੀਲ ਪਾਕਪਤਨ, ਤਹਿਸੀਲ ਨੂਰਪੁਰ, ਇਹ 3 ਤਹਿਸੀਲਾਂ ਦੇ ਵਿੱਚ ਜੀ। ਜਿਹੜਾ ਖਾਦ ਦਾ ਬੁਹਰਾਨ ਨੇ ਇਹ ਪੈਦਾ ਜਿਹੜਾ ਹੋਇਆ, ਇਹਦੇ ਜ਼ਿੰਮੇਦਾਰ ਤੁਸੀਂ ਕਿਹਨੂੰ ਠਹਿਰਾਉਂਦੇ ਹੋ? ਕੀ ਵਜ੍ਹਾ ਕੋਈ ਖਾਦ ਬਣਨਾ ਬੰਦ ਹੋ ਗਈ ਹੈ ਜਾਂ ਮਤਲਬ ਕਿ ਇਸ ਤਰ੍ਹਾਂ ਬਲੈਕ 'ਤੇ ਤਾਂ ਮਿਲ ਜਾਂਦੀ ਹੈ ਜਾਂ ਸਿਫਾਰਿਸ਼ ਨਾਲ ਮਿਲ ਜਾਂਦੀ ਹੈ ਜਾਂ ਰੇਟ ਤੁਸੀਂ ਵੱਧ 'ਤੇ ਲੈਂਦੇ ਹੋ ਫਿਰ ਤੁਹਾਡੇ ਵਾਸਤੇ ਦਸਤਿਆਬ ਹੈ, ਅਦਰਵਾਈਜ਼ ਨਹੀਂ ਹੈ? ਇਹਦੀ ਕੀ ਵਜ੍ਹਾ ਹੈ? ਇਹਦੀ ਕੋਈ ਚੈੱਕ ਐਂਡ ਬੈਲੈਂਸ ਨਹੀਂ ਹੈ, ਬਿਊਰੋਕਰੇਸੀ ਕੰਮ ਨਹੀਂ ਕਰ ਰਹੀ, ਕੀ ਕਹੋਗੇ? ਜੀ ਇਹਦੇ ਵਿੱਚ ਅਗਰ ਬਿਊਰੋਕਰੇਸੀ ਕੰਮ ਕਰੇ ਅਤੇ ਇਹ ਬਲੈਕ ਜਿਹੜੀ ਖਾਦ ਵਿਕਦੀ ਪਈ ਹੈ ਇਹ ਫੌਰਨ ਖ਼ਤਮ ਹੋ ਜਾਵੇ। ਇਹਦੇ ਵਿੱਚ ਇਹ ਜਿਹੜੇ ਜੁਰਮਾਨੇ ਪਾ ਦੇਣੇ, DC ਸਾਹਿਬ ਆ ਕੇ ਜੁਰਮਾਨੇ ਪਾ ਦਿੰਦੇ ਨੇ 5000 10,000 ਰੁਪਏ, ਉਹਦੇ ਨਾਲ ਬਿਹਤਰ ਹੈ ਅਗਰ ਕਿਸਾਨ ਦੀ ਰਹਿਨੁਮਾਈ ਕੀਤੀ ਜਾਵੇ ਅਤੇ ਇਸ ਤਰੀਕੇ ਕੀਤੀ ਜਾਵੇ ਕਿ ਜਿਹੜੇ ਡੀਲਰ ਹਜ਼ਰਾਤ ਪਕੜਾ ਜਾਵੇ ਖਾਦ ਸਟਾਕ ਕੀਤੀ ਬੈਠਾ, ਮਾਫੀਆ ਅਗਰ ਇੱਕ ਵੀ ਪਕੜਾ ਜਾਵੇ ਤਾਂ ਉਹਦਾ ਲਾਇਸੈਂਸ ਜਿਹੜਾ ਹੈ ਉਹ ਡੀਲਰ ਦਾ ਮਨਸੂਖ ਕੀਤਾ ਜਾਵੇ ਤਾਂ ਕਿ ਬਾਕੀ ਦਿਆਂ ਨੂੰ ਅਲਰਟ ਹੋ ਜਾਸਣ ਕਿ ਅਸਾਂ
ਇੱਕ ਦਾ ਲਾਇਸੈਂਸ ਮਨਸੂਖ ਹੋ ਗਿਆ। ਅਗਰ ਅਸੀਂ ਇਸ ਤਰ੍ਹਾਂ ਦੀ ਹਰਕਤ ਕਰਨੇ ਆਏ, ਅਸੀਂ ਕਿਸਾਨ ਨਾਲ ਜ਼ਿਆਦਤੀ ਕਰ ਰਹੇ ਹਾਂ। ਅਗਰ ਕਿਸਾਨ, ਵੇਖੋ ਜੀ, ਕਿਸਾਨ ਦੀ ਆਬਾਦੀ ਹੈ 75% ਪਾਕਿਸਤਾਨ ਦੇ ਵਿੱਚ, ਠੀਕ ਹੈ ਜੀ। ਔਰ ਮੁਲਕ ਦੀ ਜਿਹੜੀ ਮੁਲਕ ਪਾਕਿਸਤਾਨ ਦੀ ਰੀੜ੍ਹ ਦੀ ਹੱਡੀ ਦੀ ਮਾਨਤ ਕਿਸਾਨ ਨੂੰ, ਜ਼ਰਾਅਤ ਨੂੰ ਦਿੱਤਾ ਜਾਂਦਾ ਜੀ ਦਰਜਾ। ਇਸ ਵਾਸਤੇ ਅਗਰ ਜ਼ਰਾਅਤ ਬਚਾਉਣੀ ਹੈ ਤੇ ਕਿਸਾਨ ਨੂੰ ਬਚਾਓ। ਕਿਸਾਨ ਨੂੰ ਬਚਾਉਣਾ ਤੇ ਫਿਰ ਡੀਲਰ ਨੂੰ ਜਿਹੜਾ ਹੈ ਨਾ, ਉਹਦਾ ਲਾਇਸੈਂਸ ਮਨਸੂਖ ਕਰੋ ਤਾਂ ਕਿ ਉਹਨੂੰ ਪਤਾ ਲੱਗੇ ਮਾਫੀਆ ਹੈ, ਬੜਾ ਵੱਡਾ ਮਾਫੀਆ ਹੈ, ਤੇ ਉਹਨੇ ਆ ਕੇ ਸਾਡੇ ਕਿਸਾਨਾਂ ਨੂੰ ਲੁੱਟ ਕੇ ਬਰਬਾਦ 4.5 ਲੱਖ ਬੋਰੀ ਡਿਸਟ੍ਰਿਕਟ ਪਾਕਪਤਨ ਨੇ। ਇਸੇ ਤਰ੍ਹਾਂ ਬਾਕੀ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਇਹੋ ਹਾਲਾਤ ਹੈ। 4.5 ਲੱਖ ਬੋਰੀ ਤੁਸੀਂ ਖੁਦ ਅੰਦਾਜ਼ਾ ਲਾ ਲਓ, ਉਹਦੇ ਵਿੱਚੋਂ ਅਸੀਂ 50,000 ਬੋਰੀ ਜ਼ਿਆਦਾ ਤੋਂ ਜ਼ਿਆਦਾ ਲੈ ਲਵਾਂਗੇ। ਬਾਕੀ 4 ਲੱਖ ਬੋਰੀ ਕਿਹਦੀ ਜੇਬ ਵਿੱਚ ਜਾ ਰਹੀ ਹੈ। ਸਾਡੇ ਨਾਲ ਹੋਰ ਜ਼ਿਮੀਂਦਾਰ ਭਰਾ ਵੀ ਮੌਜੂਦ ਨੇ, ਉਹਨਾਂ ਨਾਲ ਵੀ ਅਸੀਂ ਗੱਲ ਕਰਨੇ ਆ ਜੀ। ਜੀ ਅਸਲਾਮ ਵਾਲੇਕੁਮ। ਜੀ ਵਾਲੇਕੁਮ ਸਲਾਮ। ਅੱਛਾ ਸਰ, ਤੁਸੀਂ ਕਿਸਾਨ ਇਤਾਦ ਦੇ ਰਹਿਨੁਮਾ ਵੀ ਹੋ ਤੇ ਇਲਾਕੇ ਦੇ ਬੜੇ ਵੱਡੇ ਜ਼ਿਮੀਂਦਾਰ ਵੀ ਹੋ। ਅੱਛਾ, ਖਾਦ ਨਾ ਮਿਲਣ ਦੀ ਵਜ੍ਹਾ ਤੋਂ, ਖਾਦ ਕਮ ਮਿਲਣ ਦੀ ਵਜ੍ਹਾ ਤੋਂ ਪੈਦਾਵਾਰ ਤੇ ਕਿੰਨਾ ਫਰਕ ਪੈਂਦਾ ਜੀ? ਬਹੁਤ ਜ਼ਿਆਦਾ ਜੀ, 25 ਤੋਂ 20 ਮਣ ਫਰਕ ਪੈਂਦਾ। ਅੱਛਾ, ਇਹ ਜਿਹੜਾ ਨੁਕਸਾਨ ਹੈ ਪੰਜਾਬ ਹੁਕੂਮਤ ਦਾ ਖਾਤੇ ਜਾਂਦਾ ਹੈ। ਇਸ ਵਾਸਤੇ ਮਾਫੀਆ ਬੈਠਾ ਹੈ, ਸਾਰੇ ਇਹਨਾਂ ਦੀ ਮਿਲੀ ਭਗਤ ਹੈ। ਇਹ ਸਾਡੇ ਨਾਲ ਸਹੀ ਨਹੀਂ ਚੱਲ ਰਿਹਾ। ਅਗਰ ਜ਼ਿਮੀਂਦਾਰ ਨਾਲ ਸਹੀ ਚੱਲਣ, ਇਸੇ ਐਵਰੇਜ ਦਾ ਹਿਸਾਬ ਲਾ ਲਓ ਕਿੰਨੀ ਬਣਦੀ। ਇਹ ਜਿਹੜਾ ਕਿਸਾਨਾਂ ਨਾਲ ਇਹ ਸਲੂਕ ਕੀਤਾ ਜਾਂਦਾ ਹੈ, ਇਹਦੀ ਵਜ੍ਹਾ ਕੀ ਹੈ? ਕਿਸਾਨ ਤੇ ਪਾਕਿਸਤਾਨ ਦੀ ਜਿਹੜੇ ਚਲਾਨ ਨੂੰ ਮਤਲਬ ਇਹਨਾਂ ਦਾ ਬੜਾ ਹੱਥ ਹੈ, ਔਰ ਇਸ ਦੇ ਬਾਵਜੂਦ ਜਿਹੜੀ ਬੁਨਿਆਦੀ ਸਹੂਲਤਾਂ ਨੇ ਉਹਨਾਂ ਤੋਂ ਮਹਿਰੂਮ ਕੀਤਾ ਜਾਂਦਾ ਕਿਸਾਨ ਨੂੰ। ਬੀਜ ਤੇ ਚੈੱਕ ਐਂਡ ਬੈਲੈਂਸ ਨਹੀਂ, 2 ਨੰਬਰ ਮਾਰਕੀਟ ਦੇ ਵਿੱਚ ਬੀਜ ਨੇ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਕਿਆ ਤੁਹਾਡੇ ਇਲਾਕੇ ਦੇ ਵਿੱਚ ਜਿਹੜੇ ਬੀਜ ਹੈ 1 ਨੰਬਰ ਮਿਲਦੇ ਪਏ ਆ ਜਾਂ ਕਿਸ ਤਰ੍ਹਾਂ? ਸਰ, ਸਭ ਤੋਂ ਪਹਿਲੀ ਗੱਲ ਇਹ ਕਿ ਸਾਡਾ ਇਤਫਾਕ ਕੋਈ ਨਹੀਂ। ਅੱਛਾ। ਦੂਸਰੀ ਗੱਲ ਇਹ ਕਿ ਜਿਹੜਾ ਮਾਫੀਆ ਹੈ ਨਾ, ਇਹ ਹੁਣ ਮੱਕੀ ਨੂੰ ਲੈ ਲਓ ਤੁਸੀਂ। ਪਿਛਲੇ ਸਾਲ ਮੱਕੀ ਸਟਾਕ ਕੀਤੀ ਹੈ ਜ਼ਿਮੀਂਦਾਰ, ਅੱਜ ਤੱਕ ਉਸ ਮੱਕੀ ਦਾ ਰੇਟ ਨਹੀਂ ਉੱਪਰ ਆਇਆ। ਜੋ ਕੁਛ ਹੋ ਰਿਹਾ ਸਾਡੇ ਨਾਲ, ਸਾਡੀ ਗੌਰਮੈਂਟ, ਪੰਜਾਬ ਗੌਰਮੈਂਟ ਜਿਹੜਾ ਹੈ, ਉਹਨੂੰ ਸੋਚਣਾ ਚਾਹੀਦਾ ਹੈ ਇਸ ਤੇ, ਲਿਹਾਜ਼ਾ ਕਿ ਜ਼ਿਮੀਂਦਾਰ ਦਾ ਹੱਕ ਖਾਇਆ ਜਾ ਰਿਹਾ। ਕਿਸਾਨ ਨੂੰ ਫਾਇਦਾ ਦਿੱਤਾ ਜੀ ਫਿਲਹਾਲ ਜਿਨਸ ਦੇ ਰੇਟ ਤੁਹਾਨੂੰ ਸਹੀ ਮਿਲ ਫਿਲਹਾਲ ਜੀ ਸਬਸਿਡੀ ਖਾਦ ਤੇ ਬਿਜਲੀ ਤੇ ਜਾਂ ਬਾਕੀ ਜਿਹੜੀ ਜ਼ਰੂਰੀਅਤ ਨੇ ਉਹਨਾਂ ਤੇ ਕਿਸੇ ਹੁਕੂਮਤ ਨੇ ਕੋਈ ਫਾਇਦਾ ਇਜ਼ਾ ਨੁਕਸਾਨ ਹੀ ਕੀਤਾ। ਖੁਸ਼ ਹੋ ਤੁਸੀਂ? ਨੁਕਸਾਨ ਹੀ ਕੀਤਾ ਨੇ, ਸਾਡਾ ਫਾਇਦਾ ਕਿਸੇ ਨੇ ਕੀਤਾ। ਜੇ ਕੋਈ ਸਾਡਾ ਥੋੜਾ ਬਹੁਤ ਕੀਤਾ ਹੈ, ਪਿਛਲੀ ਹੁਕੂਮਤ ਕੀਤਾ, ਇਮਰਾਨ ਖਾਨ ਦੀ ਹੁਕੂਮਤ। ਹਾਂਜੀ, ਇਮਰਾਨ ਖਾਨ ਦੇ ਵਿੱਚ ਕਿਸਾਨ ਕਾਰਡ ਦਾ ਇਜਰਾ, ਕਿਸਾਨ ਬਿਲਕੁਲ ਹੋਇਆ ਜੀ। ਸਬਸਿਡੀ ਹਾਂਜੀ ਮਿਲਦੀ ਰਹੀ ਹੈ ਜਿਹੜੀ ਖਾਦ ਤੇ ਸੀ? ਮਿਲਦੀ ਰਹੀ ਹੈ ਜੀ, ਹੁਣ ਨਹੀਂ ਮਿਲ ਰਹੀ। ਅੱਛਾ, ਬਿਲਕੁਲ ਨਹੀਂ ਮਿਲ ਰਹੀ। ਕਿਸਾਨ ਕਾਰਡ ਤੋਂ ਤੁਹਾਡੇ ਇਲਾਕੇ ਦੇ ਜ਼ਿਮੀਂਦਾਰਾਂ ਨੇ ਕਿੰਨਾ ਫਾਇਦਾ ਉਠਾਇਆ ਸੀ? ਤਕਰੀਬਨ 3-4% ਉਠਾਇਆ ਸੀ ਜੀ, ਬਸ, ਵੱਧ ਤੋਂ ਵੱਧ, ਇਸ ਤੋਂ ਉੱਤੇ ਨਹੀਂ। ਜਿਨਸ ਦੇ ਰੇਟ ਸਹੀ ਲੱਭੇ ਤੁਹਾਨੂੰ ਜੀ? ਇਮਰਾਨ ਦੌਰ ਹੀ ਸਹੀ ਲੱਭੇ ਨਾ, ਉਸ ਤੋਂ ਬਾਅਦ ਸਹੀ ਨਹੀਂ ਲੱਭੇ। ਠੀਕ ਹੈ। ਮੀਆਂ ਸਾਹਿਬ ਦੀ ਹੁਕੂਮਤ ਵੀ ਕਿਸਾਨਾਂ ਵਾਸਤੇ ਕਾਫੀ ਉਹਨਾਂ ਨੇ, ਮੇਰਾ ਖਿਆਲ ਹੈ ਮੀਆਂ ਸਾਹਿਬ ਦੀ ਹੁਕੂਮਤ ਜਦੋਂ ਹੀ ਆਈ ਹੈ ਕਿਸਾਨ ਥੱਲੇ ਹੀ ਗਿਆ। ਅੱਛਾ, ਹਾਂਜੀ, ਠੀਕ ਹੈ। ਅੱਛਾ, ਦੂਸਰਾ ਸਰ ਇਹ ਦੱਸੋ ਕਿ ਇਲਾਕੇ ਦੇ ਵਿੱਚ ਜਿਹੜਾ ਜ਼ਰਈ ਜ਼ਮੀਨ ਦਾ ਪਾਣੀ ਹੈ, ਜਿਹੜੇ ਤੁਹਾਨੂੰ ਫਸਲਾਂ ਨੂੰ ਚਾਹੀਦਾ ਹੈ ਜੀ, ਉਹ ਕਿੰਨੇ ਟੇਲ ਚਾਹੀਦਾ ਹੁੰਦਾ ਹੈ ਤੇ ਕਿਆ ਤੁਹਾਨੂੰ ਪੂਰਾ ਮਿਲ ਰਿਹਾ ਜਾਂ ਕੋਈ ਪਾਣੀ ਦੀ ਵੀ ਕਿੱਲਤ ਇਲਾਕੇ ਦੇ ਵਿੱਚ? ਪਾਣੀ ਫਿਲਹਾਲ ਤਾਂ ਜੀ ਅੱਲਾ ਦਾ ਕਰਮ ਹੈ, ਪੂਰਾ ਮਿਲ ਰਿਹਾ ਹੈ। ਜ਼ਰਈ ਪਾਣੀ ਪੂਰਾ ਮਿਲ ਰਿਹਾ ਹੈ। ਬਾਕੀ ਬਿਜਲੀ ਦੇ ਮਾਮਲਾਤ 60 ਰੁਪਏ ਯੂਨਿਟ ਹੈ। ਅੱਛਾ, ਕੋਈ ਬਿਜਲੀ ਦੇ ਸਬਸਿਡੀ ਕੋਈ ਸਬਸਿਡੀ ਨਹੀਂ, ਪਰ ਯੂਨਿਟ 60 ਰੁਪਏ। ਅੱਛਾ, कम अज़ कम पहला पानी लाइए तो 50 यूनिट लगता है। 2500 रुपया एक पानी ते खर्चा आंदा साडा। अच्छा, हाँ जी, चलो जी, मेहरबानी जी। साडे नाल मिसाइल दस रहे ने ज़मींदार दोस्त बैठे ने। किसान इतिहाद तो MNA ਦਾ ਇਲੈਕਸ਼ਨ ਵੀ ਲੜਿਆ। ਹਾਈ ਸਾਹਿਬ ਸਾਡੇ ਕੋਲ ਮੌਜੂਦ ਨੇ ਔਰ 10 ਤੋਂ 12 ਸਾਲ ਇਹਨਾਂ ਨੇ ਆਪਣੀ ਮਰਕਜ਼ੀ ਬਾਡੀ ਦੇ ਵਿੱਚ ਅਹੁਦੇ ਤੇ ਵੀ ਰਿਹਾ, ਹੁਣ ਵੀ ਮਰਕਜ਼ੀ ਬਾਡੀ ਦੇ ਰਹਿਨੁਮਾ ਨੇ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ, ਉਹਨਾਂ ਤੋਂ ਪੁੱਛਣੇ ਆ ਕਿ ਜਿਹੜੇ ਕਿਸਾਨ ਸਾਨੂੰ ਆਪਣੇ ਮਸਾਇਲ ਦੱਸ ਰਹੇ ਨੇ, ਤੁਸੀਂ ਆਪਣੇ ਮੌਜ਼ੇ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਉਹਨਾਂ ਵਾਸਤੇ ਕੀ ਸਹੂਲੀਅਤ ਜਿਹੜੀਆਂ ਨੇ ਉਹ ਤੁਸੀਂ ਦਿੱਤੀਆਂ ਜੀ। ਅਸੀਂ ਗੱਲ ਕਰਨੇ। ਅਸਲਾਮ ਅਲੈਕੁਮ जी, मेरा नाम हाजी मोहम्मद जहांगीर है जी। मैं पाकिस्तान किसान ताद दा सीनियर रहनुमा जी, मरकज़ी रहनुमा। तो सानू जी 2012 तो लैके तो मैं अज तक किसान ताद की खिदमत की है।
ਜਿਹਦੇ ਵਿੱਚ ਐਮਐਨ ਦਾ ਇਲੈਕਸ਼ਨ ਸਾਨੂੰ ਆਰਡਰ ਹੋਇਆ ਚੇਅਰਮੈਨ ਸਾਹਿਬ ਦਾ ਵੀ ਤੁਸੀਂ ਐਮਐਨ ਦਾ ਇਲੈਕਸ਼ਨ ਲੜੋ ਹਰ ਜ਼ਿਲ੍ਹੇ ਦੇ ਵਿੱਚ, ਜਿਹਦੇ 'ਚ ਮੈਂ ਆਪਣੇ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਲੜਾ ਜੀ ਐਮਐਨ ਦਾ। ਫਿਰ ਜਿੱਤ ਗਏ ਸੀ ਕਿਸਾਨ? ਨਹੀਂ ਜੀ, ਮੈਨੂੰ ਕਿਸਾਨਾਂ ਨੇ ਕੋਈ ਨਹੀਂ ਇਤਨਾ ਸਾਥ ਦਿੱਤਾ ਜੀ, ਤੇ ਬਹੁਤ ਥੋੜੇ ਵੋਟ ਪਏ। ਪਰ ਸਾਡਾ ਕੰਮ ਆ ਕਿ ਅਸੀਂ ਤਨਜ਼ੀਮ ਨੂੰ ਚਲਾਉਣ ਵਾਸਤੇ ਅਸੀਂ ਆਦੇ ਤਨਜ਼ੀਮ ਦੇ ਬੰਦੇ ਖੜੇ ਕਰਨੇ ਆ, ਜਿਹਦੇ 'ਚ ਮੈਂ ਖੜਾ ਹੋ ਗਿਆ ਜੀ। ਉਸ ਤੋਂ ਇਲਾਵਾ ਜੀ ਅਸੀਂ ਸਾਡੇ ਵਾਸਤੇ ਜਿਹੜਾ ਬਿਜਲੀ ਦਾ ਬਹੁਤ ਮਸਲਾ ਬਣਿਆ ਸ਼ੁਰੂ ਤੋਂ, ਤੇ ਬਿਜਲੀ ਜਿਹੜੀ ਸਾਡੇ ਇੱਥੇ ਲੋਡ ਸ਼ੈਡਿੰਗ ਸਾਡੀ ਫਸਲਾਂ ਬੜੀ ਨੁਕਸਾਨ ਹੋ ਰਹੀਆਂ ਤੇ ਸਾਨੂੰ ਬਹੁਤ ਨੁਕਸਾਨ ਹੁੰਦਾ ਰਿਹਾ ਜੀ। ਉਸ ਤੋਂ ਇਲਾਵਾ ਜਿਹੜਾ ਸਾਡੇ ਖਾਦ ਬੜੀ ਮਹਿੰਗੀ ਮਿਲਦੀ ਹੈ, ਖਾਦ ਸਾਨੂੰ ਗਵਰਨਮੈਂਟ ਰੇਟ ਨਹੀਂ ਦਿੱਤੀ। ਮਰਕਜ਼ੀ ਬਾਡੀ ਦੇ ਵਿੱਚ ਤੁਹਾਨੂੰ ਪਤਾ ਹੈ ਖਾਦ ਦਾ ਬੁਹਰਾਨ ਕਿਉਂ ਪੈਦਾ ਹੋਇਆ ਹੈ, ਇਹਦੀ ਕੀ ਵਜ੍ਹਾ ਹੈ, ਕੀ ਲੌਜਿਕ ਹੈ? ਬਸ ਜੀ ਇਹ ਸਾਰਾ ਹੁਕੂਮਤ ਦਾ ਹੈ, ਸਾਰਾ ਹੱਥ ਦੇ ਵਿੱਚ ਹਾਂ ਕਰ। ਇਹ ਸਿਰਫ ਜਿਹੜੇ ਸਾਡੇ ਨਾ ਡੀਸੀਓ ਸਾਹਿਬ ਨੇ, ਜਿਹੜੇ ਇਹ ਅਫਸਰ ਨੇ, ਅਗਰ ਇਹ ਸਹੀ ਹੋ ਜਾਣ ਨਾ ਤਾਂ 1 ਮਿੰਟ ਵੀ ਸਾਡੇ ਵਾਸਤੇ ਮੁਸ਼ਕਿਲ ਨਹੀਂ ਬਣ ਸਕਦੀ। ਇਹ ਸਾਰਾ ਇਹਦਾ ਜਿਹੜਾ ਸਾਡਾ ਜ਼ਿਲ੍ਹਾਈ ਇੰਤਜ਼ਾਮੀਆ ਹੈ, ਇਹ ਸਾਰੀ ਇਹਦੇ ਨਾਲ ਲਈਏ ਮੈਂ ਆਖਸਾਂ। ਅੱਛਾ, ਜਿਹੜੀ ਤੁਸੀਂ ਫਸਲ ਕਾਸ਼ਤ ਕਰਦੇ ਹੋ, ਉਹਨਾਂ ਦੇ ਤੁਸੀਂ ਸਪਰੇ ਖਾਦ ਜਾਂ ਜੋ ਚੀਜ਼ਾਂ ਇਸਤੇਮਾਲ ਕਰਦੇ ਹੋ, ਉਹਦਾ ਰੇਟ ਤੁਹਾਨੂੰ ਕਾਫੀ ਮਿਲਦਾ ਹੈ। ਜਦੋਂ ਤੁਸੀਂ ਵੇਚਦੇ ਹੋ ਮਾਰਕੀਟ ਦੇ ਵਿੱਚ, ਉਦੋਂ ਤੁਹਾਨੂੰ ਕਿਵੇਂ ਰੇਟ ਮਿਲਦਾ ਹੈ? ਕਿਆ ਉਹ ਅਖਰਾਜਾਤ ਪੂਰੇ ਹੋ ਜਾਂਦੇ? ਨਹੀਂ ਜੀ, ਜਿਹੜਾ ਨਾ ਇਹ ਜਿਹੜੇ ਸਾਡੇ ਨਾ ਜਿਹੜੇ ਤਾਜਰ ਹਜ਼ਰਾਤ ਹਨ, ਇਹ ਸਾਡੇ ਸਿਰ ਉੱਤੇ ਮਸਲਤ ਹੋਏ ਨੇ, ਜਿੰਦੇ 'ਚ ਸਾਨੂੰ ਇਹ ਮਤਲਬ ਜਿਸ ਚੀਜ਼ ਅਸੀਂ ਵੇਚਣੀ ਹੁੰਦੀ ਉਸ ਵੇਲੇ ਰੇਟ ਕੰਮ ਕਰ ਦਿੰਦੇ ਨੇ। ਜਿਸ ਵੇਲੇ ਆਪਣੇ ਕੋਲ ਚਲੀ ਜਾਂਦੀ ਸੀ ਫਸਲ, ਉਸ ਵੇਲੇ ਇਹ ਰੇਟ ਜਨਾਬ ਆਦਾ ਵੱਧ ਕਰਕੇ ਤੇ ਇੱਕ ਦੂਜੇ ਨਾਲ ਫਰੋਖਤ ਕਰਦੇ ਨੇ ਦੂਸਰੇ ਮਿਲਾਂ ਨੂੰ। ਤੇ ਅੱਛਾ, ਆਖਰ ਤੇ ਹੁਕਾਮੇ ਬਾਲਾ ਨੂੰ ਤੁਸੀਂ ਕੀ ਪੈਗਾਮ ਦਿਓਗੇ? ਤੁਹਾਡੀ ਆਵਾਜ਼ ਹੁਕਮਰਾਨਾਂ ਤੱਕ ਪਹੁੰਚੇਗੀ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਇਲਾਕੇ ਦੇ ਜਿਹੜੇ ਤੁਸੀਂ ਮਿਸਾਈਲ ਦੱਸੇ, ਇਸ ਤੋਂ ਇਲਾਵਾ ਕੋਈ ਹੋਰ ਤੁਸੀਂ ਪੈਗਾਮ ਦੇਣਾ ਚਾਹੁੰਦੇ ਸਕਦੇ? ਅਸੀਂ ਇਹੋ ਕੁਝ ਆਖਦੇ ਹਾਂ ਕਿ ਜੀ ਕਿਸਾਨ ਜਿਹੜਾ ਹੈ ਇਹ ਬਹੁਤ ਗਰੀਬ ਆਦਮੀ, ਇਹਨਾਂ ਨੂੰ ਕੋਈ ਮਤਲਬ ਕਿ ਸਹੂਲਤ ਨਹੀਂ ਮਿਲ ਰਹੀ, ਤੇ ਅਸੀਂ ਆਖਦੇ ਹਾਂ ਕਿ ਸਾਡੇ ਜਿਹੜੇ ਨੇ ਵਾਸਤੇ ਸਬਸਿਡੀ ਦੇਵਣ ਤੇ ਕੋਈ ਇਹਨਾਂ ਦਾ ਸੋਚਿਆ ਜਾਵੇ। ਇਹ ਕਿਸਾਨ ਬਹੁਤ ਗਰੀਬ ਮਰ ਰਿਹਾ ਹੈ, ਇਹਦਾ ਕੋਈ ਹੱਥ ਨਹੀਂ। ਸਵਾਲ ਮੇਰਾ ਉਹ ਲੈ ਲਓ, ਸ਼ੁਰੂ ਤੋਂ ਇੱਕ ਮੁਹਾਵਰਾ ਸੁਣਦੇ ਆਨੇ ਜੀ, ਵਾਈ ਬਾਦਸ਼ਾਹੀ। ਅੱਜ ਕੱਲ੍ਹ ਦੇ ਦੌਰ 'ਚ ਵਾਈ ਬਾਦਸ਼ਾਹੀ ਹੈ ਜਾਂ ਨਹੀਂ? ਨਹੀਂ ਜੀ, ਵਾਹਿਦ ਬਾਦਸ਼ਾਹੀ ਇਹ ਹੁਣ ਇਹ ਸਿਰਫ ਹੁਕੂਮਤ ਦੀ ਵਜ੍ਹਾ ਤੋਂ ਇਹ ਗਾਲੇ ਫਾਈ ਪਈ ਹੋਤੀ ਹੈ ਕਿ ਇਹ ਸਾਨੂੰ ਰੇਟ ਨਹੀਂ ਸਹੀ ਦੇ ਰਹੇ, ਔਰ ਜਿਹੜੀ ਚੀਜ਼ ਲਵਣ ਜਾਂਦੇ ਹੋ ਮਹਿੰਗੀ ਲੱਭਦੀ ਹੈ, ਲੱਭਦੀ ਵੀ ਨਹੀਂ ਹੈ। ਤੇ ਜਿਹੜੀ ਸਿਆ ਵੇਚਣ ਜਾਂਦੇ ਆ ਤਾਂ ਸਾਨੂੰ ਬਿਲਕੁਲ ਉਹ 1400 ਨੂੰ ਮਕਾਈ ਦਾ ਰੇਟ ਹੋਇਆ ਜੀ ਇਸ ਵਾਰੀ। ਹਾਲਾਂਕਿ ਸਾਡਾ ਜਿਹੜਾ ਇਸ ਵਾਰੀ ਕਿੱਲੇ ਦਾ ਮੇਰਾ ਖਰਚਾ ਹੋਇਆ ਜੀ 2 ਲੱਖ, ਤੇ 90,000 ਦਾ ਮੇਰਾ ਕਿੱਲਾ ਹੋਇਆ ਜੀ। 90,000 ਆਮਦਨ ਆਈ, 2 ਲੱਖ ਖਰਚਾ ਹੋਇਆ ਤੇ ਨੁਕਸਾਨ ਹੋ ਗਿਆ। ਇਸ ਤਰ੍ਹਾਂ ਸਾਨੂੰ ਨੁਕਸਾਨ ਹੋ ਜੀ, ਕੋਈ ਸਾਨੂੰ ਫਾਇਦਾ ਨਹੀਂ ਹੋ ਰਿਹਾ ਫਸਲਾਂ ਦੇ ਵਿੱਚੋਂ। ਪ੍ਰੋਗਰਾਮ ਦੇ ਤਵੱਸਲ ਨਾਲ ਤੇ ਚੈਨਲ ਦੇ ਤਵੱਸਲ ਨਾਲ ਤੁਸੀਂ ਕੀ ਤੁਹਾਡੀ ਡਿਮਾਂਡ ਹੈ ਹੁਕੂਮਤ ਦੇ ਕਿ ਤੁਹਾਡੇ ਗੰਦਮ ਦਾ ਰੇਟ ਕੀ ਹੋਣਾ ਚਾਹੀਦਾ ਜਿਹੜੇ ਤੁਹਾਡੇ ਕੋਲ ਖਰੀਦੀ ਜਾਵੇ? ਇਸ ਤੋਂ ਇਲਾਵਾ ਮਕਈ ਹੈ ਜਾਂ ਧਾਨ ਹੈ, ਤੁਸੀਂ ਕੀ ਮੁਤਾਲਬਾ ਕਰਦੇ ਹੋ? ਰੇਟ ਜਿਹੜਾ ਉਹ ਕੀ ਹੋਣੇ ਚਾਹੀਦੇ ਨੇ? ਇਹ ਜਿਹੜਾ ਨਾ ਜੀ ਸਾਡਾ ਗੰਦਮ ਜਿਹੜੀ ਨਾ ਘੱਟ ਤੋਂ ਘੱਟ 5000 ਹੋਣੀ ਚਾਹੀਦੀ ਹੈ, ਤੇ ਜਿਹੜੀ ਮੱਕੀ ਹੈ ਇਹ ਵੀ 3500 ਦੇ ਹਿਸਾਬ ਨਾਲ ਇਹ ਹੋਣੀ ਚਾਹੀਦੀ ਹੈ। ਇੱਥੇ ਸਾਡਾ ਮੋਢੀ ਕੋ ਮਸਲਾ ਜਿਹੜਾ ਸਾਡਾ ਖਰਚਾ ਪੂਰਾ ਹੋ ਸਕਦਾ ਹੈ, ਵਰਨਾ ਸਾਡਾ ਖਰਚਾ ਨਹੀਂ ਪੂਰਾ ਹੋ ਰਿਹਾ, ਨੁਕਸਾਨ ਹੋ ਰਿਹਾ। 1400 ਦਿੱਤੀ ਜਾਵੇ ਤੇ ਬੇਸ਼ੱਕ ਸਾਨੂੰ ਇੱਥੇ ਰੇਟ ਨਾ ਜੀ, ਜਾਂ ਮਤਲਬ ਕਿ ਖਾਦਾਂ ਦੇ ਰੇਟ ਘੱਟ ਕਰ ਦੇਣ ਜਾਂ ਫਸਲ ਦੇ ਰੇਟ ਆਪਣਾ ਟਿਊਬਲ ਦੇ ਜਿਹੜੇ ਬਿੱਲ ਨੇ ਉਹ ਘੱਟ ਕਰੇ। ਫਸਲ ਦਾ ਰੇਟ ਸਾਨੂੰ ਮੁਨਾਸਿਬ ਹੈ 2500 3000 ਮੱਕੀ ਦਾ, ਸਾਨੂੰ 4000 ਆਪਣਾ ਗੰਦਮ ਦਾ ਵੀ ਮੁਨਾਸਿਬ ਹੈ। ਅਗਰ ਜੇ ਸਾਡੀ ਖਾਦ ਸੇਲ ਹੁੰਦੀ ਪਈ ਹੈ ਜੀ 14000 ਵਿੱਚ ਜੀ, 14 ਤੋਂ 15000 ਇਹ ਸੇਲ ਹੁੰਦੀ ਪਈ ਹੈ, ਜਿੰਦਾ ਆਪਣਾ ਕੰਟਰੋਲ ਰੇਟ 8500 ਹੈ। ਇਸ ਵਾਸਤੇ ਕਿ ਮਾਫੀਆ ਖਤਮ ਕੀਤਾ ਜਾਵੇ। ਸਾਡੀ ਗੁਜ਼ਾਰਿਸ਼ ਹੈ ਫਸਲਾਂ ਦੇ ਰੇਟ ਸਾਨੂੰ ਠੀਕ ਹਨ, ਲੇਕਿਨ ਵਜ੍ਹਾ ਕਿ ਸਾਡੇ ਆਪਣਾ ਰੇਟ ਖਾਦ ਬੀਜ ਇਹ ਸਸਤੇ ਕੀਤੇ ਜਾਣ। ਅਲਹਮਦੁਲਿਲਾ। ਤੀਸਰੇ ਨੰਬਰ ਤੇ ਆ ਗਈ ਆਪਣਾ ਬਿਜਲੀ ਯੂਨਿਟ। ਅਗਰ ਸਾਨੂੰ 5 ਰੁਪਏ 35 ਪੈਸੇ ਯੂਨਿਟ ਲਾਇਆ ਜਾਵੇ, ਠੀਕ ਹੈ ਜੀ, ਖਾਦ ਸਾਨੂੰ ਉਹ ਰੇਟ ਚੱਲੀ ਜਾਵੇ 1700 ਰੁਪਏ, ਠੀਕ ਹੈ ਜੀ, 2600 ਰੁਪਏ DAP ਆਵੇ, ਫਿਰ ਇੱਥੇ ਫਸਲਾਂ ਦੇ ਰੇਟ ਠੀਕ ਹਨ। ਨਹੀਂ ਤਾਂ ਇਹ ਤਾਂ ਸਾਡੇ ਕੋਲ ਜਿੱਥੇ ਰੇਟ ਫਸਲਾਂ ਦਾ ਇੱਕੋ ਵਾਪੜਾ ਦਾ ਘਰ ਹੀ ਅਸੀਂ ਨੇ ਪੂਰਾ ਕਰ ਸਕਨੇ ਆ। ਆਪਣਾ ਘਰ ਚਲਾਉਣਾ ਆਪਣਾ ਘਰ ਚਲਾਉਣਾ ਮੁਸ਼ਕਿਲ ਭਰਨੇ ਆ ਜੀ। ਕੱਟੇ ਵੇਚ ਤੇ ਯਕੀਨ ਕਰ ਜਾਓ, ਕੱਟੇ ਮਈਆਂ ਵੇਚ ਤੇ ਬਿੱਲ ਭਰਾ ਪਿਛਲਾ। ਸਾਡਾ ਸਿਲਾਬ ਦਾ ਇਲਾਕਾ, ਸਾਨੂੰ ਇਹਨਾਂ ਮਾਫੀ ਨਹੀਂ ਦਿੱਤੀ, ਸਾਡੇ ਟਰਾਂਸਫਾਰਮਰ ਲਾਇਆ, ਸਾਨੂੰ ਇਹਨਾਂ ਜ਼ਲੀਲ ਕੀਤਾ। ਇਹਨਾਂ ਬਿੱਲ ਕਿਉਂ ਜ਼ਿਆਦਾ ਆਇਆ? ਤੁਸੀਂ ਬਿਜਲੀ ਦਾ ਜ਼ਿਆਦਾ ਇਸਤੇਮਾਲ ਕੀਤਾ ਹੈ। ਬਿਜਲੀ ਇਸਤੇਮਾਲ ਹੀ ਨਹੀਂ ਕਰਨੇ, ਐਵਰੇਜ ਪਾ ਦਿੰਦੇ ਨੇ, ਕਿਉਂਕਿ ਪਿੱਛੇ ਚੋਰੀ ਕਰਵਾ ਦੇਣ। ਅੱਛਾ, ਹਾਂਜੀ, ਇਹ ਸਹਿਬਾਨ ਪਿੱਛੇ ਖੁਦ ਚੋਰੀ ਕਰਵਾ ਦੇਣ, ਉਹ ਚੋਰੀ ਸਾਡੇ ਤੇ ਪਾ ਦੇਣ,
ਸਾਨੂੰ ਓਵਰ ਰੀਡਿੰਗ ਪਾ ਦੇਣ। ਹਾਂਜੀ ਜੀ ਨਾਜ਼ਰੀਨ, ਮੈਂ ਅੱਜ ਆਪਣੀ ਟੀਮ ਦੇ ਨਾਲ, ਜਿਵੇਂ ਕਿਸਾਨ ਟੀਮ ਦੇ ਨਾਲ ਮੌਜੂਦ ਸੀ ਮੋਜ਼ਾ ਨੂਰਾ ਰੱਥ, ਜ਼ਿਲ੍ਹਾ ਪਾਕਪਤਨ, ਤਹਿਸੀਲ ਆਰਵਾਲਾ ਦੇ ਵਿੱਚ, ਤੇ ਅਸੀਂ ਕਿਸਾਨਾਂ ਦੇ ਮਸਾਇਲ ਸੁਣੇ। ਬੇਸ਼ੁਮਾਰ ਇਹਨਾਂ ਦੇ ਮਸਾਇਲ ਨੇ, ਲੇਕਿਨ ਇਹਨਾਂ ਦੇ ਮਸਾਇਲ ਹੱਲ ਕਰਨ ਵਾਲਾ ਕੋਈ ਨਹੀਂ ਹੈ, ਕਿਉਂਕਿ ਕਿਸਾਨ ਜਿਹੜਾ ਹੈ ਉਹ ਇੱਕ ਪਾਕਿਸਤਾਨ ਦੀ ਬੁਨਿਆਦੀ ਜ਼ਰੂਰਤ ਹੈ, ਕਿਉਂਕਿ ਮੁਲਕ ਨੂੰ ਚਲਾਉਣ ਦੇ ਵਿੱਚ ਇਹਨਾਂ ਕਿਸਾਨਾਂ ਦਾ ਬਹੁਤ ਵੱਡਾ ਹੱਥ ਹੈ। ਕਿਉਂਕਿ ਇਹਨਾਂ ਇਹ ਦਿਨ ਦੇਖਣ, ਰਾਤ, ਸਰਦੀ, ਗਰਮੀ, ਇਹ ਜਿਹੜੇ ਅਸੀਂ ਬੜੇ ਮਹੱਲਾਤ ਦੇ ਵਿੱਚ ਬੜੇ ਮਜ਼ੇ ਦੇ ਖਾਣੇ ਖਾਂਦੇ ਆ, ਜਾਂ ਬਿਰਿਆਨੀਆਂ ਸਾਰੇ ਲੋਕਾਂ ਦੀ ਮਤਲਬ ਫੇਵਰੇਟ ਨੇ, ਤੇ ਉਹਨਾਂ ਸਾਰੇ ਖਾਣਿਆਂ ਨੂੰ ਜਿਹੜੇ ਪਹੁੰਚਾਉਣ ਵਾਸਤੇ ਜਾਂ ਪਿੱਛੇ ਇਹਨਾਂ ਜ਼ਿਮੀਂਦਾਰਾਂ ਦਾ ਹੱਥ ਹੈ, ਜਿਹੜਾ ਕਿ ਅਸੀਂ ਅਗਰ ਇਹਨਾਂ ਦਾ ਖਿਆਲ ਨਹੀਂ ਕਰਾਂਗੇ ਤਾਂ ਯਕੀਨਨ ਜਿਹੜਾ ਕਿ ਇਹਨਾਂ ਅਸੀਂ ਬਹੁਤ ਸਾਰੀ ਚੀਜ਼ਾਂ ਤੋਂ, ਸਬਜ਼ੀਆਂ ਤੋਂ, ਬਹੁਤ ਸਾਰੀ ਜਿਹੜੀਆਂ ਹੋਰ ਸਾਰੀਆਂ ਚੀਜ਼ਾਂ ਨੇ ਉਹਨਾਂ ਤੋਂ ਅਸੀਂ ਮਹਿਰੂਮ ਹੋ ਜਾਵਾਂਗੇ। ਔਰ ਇਹਨਾਂ ਦਾ ਮੁਤਾਲਬਾ ਹੈ ਕਿ ਖਾਦ ਸਸਤੀ ਕੀਤੀ ਜਾਵੇ, ਜ਼ਿਮੀਂਦਾਰਾਂ ਦਾ ਮੁਤਾਲਬਾ ਹੈ ਕਿ ਬਿਜਲੀ ਸਸਤੀ ਕੀਤੀ ਜਾਵੇ ਤੇ ਬੀਜ ਸਸਤੇ ਕੀਤੇ ਜਾਣ। ਬੇਸ਼ੱਕ ਜਿਨਸ ਦੇ ਰੇਟ ਜਿਹੜੇ ਨੇ ਉਹ ਆਪਣੀ ਮਰਜ਼ੀ ਨਾਲ ਕਰ ਲੈਣ, ਲੇਕਿਨ ਜਿਹੜੇ ਇਹਨਾਂ ਨੂੰ ਖਾਦ, ਸਪਰੇ, ਬਿਜਲੀ ਵਗੈਰਾ, ਉਹ ਕਿਸਾਨਾਂ ਦਾ ਮੁਤਾਲਬਾ ਹੈ ਕਿ ਸਾਡੀ ਮਰਜ਼ੀ ਨਾਲ ਕੀਤੇ ਜਾਵਣ, ਜਿਨ੍ਹਾਂ ਦੇ ਵਿੱਚ ਕਿਸਾਨ ਜਿਹੜਾ ਅਸੀਂ ਲੋਕ ਕਹਿੰਦੇ ਨੇ ਕਿ ਖੁਸ਼ਹਾਲ ਹੋ ਜਾਈਏ। ਅਗਲੇ ਪ੍ਰੋਗਰਾਮ ਤੱਕ ਆਪਣੇ ਮੇਜ਼ਬਾਨ ਨੂੰ, ਮੇਰੀ ਟੀਮ ਦੇ ਨਾਲ ਇਜਾਜ਼ਤ ਦਿਓ। ਫਿਰ ਹੋਏਗੀ ਦੁਬਾਰਾ ਅਗਲੇ ਪ੍ਰੋਗਰਾਮ ਦੇ ਵਿੱਚ ਮੁਲਾਕਾਤ। ਉਸ ਵੇਲੇ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਅੱਲਾਹ ਹਾਫਿਜ਼।